हाँ जी प्यारे साथियों, ਅੱਜ ਆਪਾਂ ਗੱਲ ਕਰਦੇ ਹਾਂ ਟੈਂਸਾਂ ਬਾਰੇ। ਜਿਵੇਂ ਕਿ ਤੁਹਾਨੂੰ ਦੱਸਿਆ ਹੀ ਹੈ ਵੀ ਆਪਾਂ ਜਦੋਂ ਟੈਂਸ ਕਰਦੇ ਹਾਂ, ਜਦੋਂ ਪੰਜਾਬੀ ਟੂ ਇੰਗਲਿਸ਼ ਬਣਾਉਣੀ ਹੁੰਦੀ ਹੈ ਤਾਂ ਆਪਾਂ ਨੂੰ ਜਿਹੜਾ ਕੀ ਹੈ ਕੁਝ ਗੱਲਾਂ ਦਾ ਜਿਹੜਾ ਹੈ ਧਿਆਨ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਜਿਹੜੇ ਟੈਂਸ ਹੈ, ਟੈਂਸਾਂ ਦੇ ਨਾਮ ਜਿਹੜੇ ਹੈ ਪੂਰੇ ਜਿਹੜੇ ਹੈ ਕਲੀਅਰ ਹੋਣੇ ਚਾਹੀਦੇ ਹੈ। ਆਪਾਂ ਨੂੰ ਪਤਾ ਹੈ ਵੀ ਟੈਂਸ ਜਿਹੜੇ ਹੈ ਤਿੰਨ ਤਰ੍ਹਾਂ ਦਾ ਟੈਂਸ ਜਿਹੜੇ ਹੈਗੇ ਨੇ, ਪ੍ਰੈਜੈਂਟ, ਪਾਸਟ ਤੇ ਫਿਊਚਰ। ਤਿੰਨ ਤਰ੍ਹਾਂ ਦੇ ਟੈਂਸ ਜਿਹੜੇ ਆ ਹੁੰਦੇ ਆ, ਪ੍ਰੈਜੈਂਟ, ਪਾਸਟ ਤੇ ਫਿਊਚਰ। ਤੇ ਅੱਗੋਂ ਜਿਹੜੇ ਟੈਂਸ ਹੈ, ਇਹ ਜਿਹੜੇ ਟੈਂਸ ਹੈ ਹਰੇਕ ਟੈਂਸ ਜਿਹੜਾ ਹੈਗਾ ਉਹ ਜਿਹੜਾ ਕੀ ਅੱਗੇ ਚਾਰ ਚਾਰ ਭਾਗਾਂ ਦੇ ਵਿੱਚ ਜਿਹੜਾ ਕੀ ਹੈ ਉਹ ਡਿਵਾਈਡ ਜਿਹੜਾ ਹੈ ਹੋ ਜਾਂਦਾ ਹੈ। ਜਿਵੇਂ ਕਿ ਪ੍ਰੈਜੈਂਟ ਦੀ ਗੱਲ ਕਰੀਏ ਆਪਾਂ ਤਾਂ ਪ੍ਰੈਜੈਂਟ ਦਾ ਕੀ ਹੈ ਆਪਣੇ, ਪ੍ਰੈਜੈਂਟ ਇਨ ਡੈਫੀਨੇਟ, दूसरा प्रेजेंट कॉन्टिन्यूअस टेंस, तीसरा टेंस प्रेजेंट परफेक्ट, चौथा आ गया प्रेजेंट परफेक्ट कॉन्टिन्यूअस, प्रेजेंट कंटीन्यूअस टेंस। यानी कि ਆਪਾਂ ਗੱਲ ਕਰੀਏ ਜਿਵੇਂ ਪ੍ਰੈਜੈਂਟ ਦੇ ਤਿੰਨੇ ਹੈਗੇ ਆ, ਪ੍ਰੈਜੈਂਟ, ਪਾਸਟ, ਪ੍ਰੈਜੈਂਟ ਦਾ ਜਿਹੜਾ ਪ੍ਰੈਜੈਂਟ ਇੰਡੈਫੀਨਿਟ ਹੋ ਗਿਆ, ਪ੍ਰੈਜੈਂਟ ਕੰਟੀਨਿਊਸ ਟੈਂਸ ਹੋ ਗਿਆ, ਪ੍ਰੈਜੈਂਟ ਪਰਫੈਕਟ ਹੋ ਗਿਆ, ਪ੍ਰੈਜੈਂਟ ਪਰਫੈਕਟ ਕੰਟੀਨਿਊਸ ਟੈਂਸ ਹੋ ਗਿਆ। ਤਾਂ ਇਹ ਟੈਂਸ ਜਿਹੜੇ ਆ ਪ੍ਰੈਜੈਂਟ ਦੇ ਜਿਹੜੇ ਕੀ ਹੈ ਚਾਰ ਭਾਗ ਹੋ ਗਏ। ਜਿਵੇਂ ਪ੍ਰੈਜੈਂਟ ਦੇ ਹੈਗੇ ਆ ਉਵੇਂ ਜਿਹੜਾ ਕੀ ਹੈ ਆਪਾਂ ਗੱਲ ਕਰਦੇ ਹਾਂ ਫਿਰ ਪਾਸਟ ਦੀ। ਪਾਸਟ ਟੈਂਸ ਜਿਹੜਾ ਹੈਗਾ ਹੈ ਉਹ ਵੀ ਜਿਹੜਾ ਕੀ ਹੈ ਆਪਣੇ ਉਹਦੇ ਵੀ ਚਾਰ ਭਾਗਾਂ 'ਚ ਵੰਡਿਆ ਜਾਂਦਾ ਹੈ। ਪਾਸਟ indefinite, past continuous tense, past perfect, अगों आ गया past परफेक्ट कॉन्टिन्यूअस टेंस। ये पास्ट के जिमें आप प्रैजेंट की गल की उवें जेडे की अपने पास्ट जेडे की अपने कह सकते हैं भी टेंस जेडे है चार भाग हो गए। अगों गल आती है अपने रह गया फ्यूचर। हुण फ्यूचर की गल करिए तो फ्यूचर का भी जोड़ा की है अपने वो जो सिस्टम है फ्यूचर का भी, फ्यूचर के की है पहला आ जाऊगा फ्यूचर इंडेफिनेट, फिर आ जाऊगा फ्यूचर कॉन्टिन्यूअस टेंस, फिर गल आ जाएगी फ्यूचर फ्यूचर परफेक्ट, फिर चौथा आ जाऊगा फ्यूचर परफेक्ट कॉन्टिन्यूअस टेंस। ये जोड़े अपने की है टेंस जोड़े है प्रैजेंट के जोड़े है अपने प्रैजेंट है, पास्ट है, फ्यूचर है। तो तिन्ने टेंस है, तिन्ने टेंसा के जोड़े मतलब की है चार चार भागों च वंडे जाते हैं। तो ये कुल जोड़े है अपने टेंस किन्ने हो गए 12 टेंस। तो की है तीन टेंस प्रैजेंट, पास्ट, फ्यूचर, तो अगे इन्हों के जोड़े की है अपने चार चार भागों च वंडिया जाता है। तो हुण आपां जिहड़े की है गल करते हैं प्रैजेंट इंडेफिनेट टेंस की। तो प्रैजेंट इंडेफिनेट जिहड़ा टेंस है उहदे विच आपां जदों करना है तो उहदे विच की है भी जदों आपां करन लग्या कोई भी टेंस करना है तो हरेक जेकर तुहानूं पहले दी टेंस की समझ आ गई तो जिहड़ा सारा जिहड़ा बाकी जिहड़े टेंस हैगे आपां
ਉਹ ਜਿਹੜੇ ਕੀ ਹੈ ਤਰੀਕਾ ਉਹ ਸੇਮ ਹੋਏਗਾ। ਜਿਵੇਂ ਕਿ ਸਾਨੂੰ ਪੰਜਾਬੀ ਦਿੱਤੀ ਹੁੰਦੀ ਹੈ, ਪੰਜਾਬੀ ਟੂ ਇੰਗਲਿਸ਼ ਬਣਾਉਣੀ ਹੁੰਦੀ ਹੈ, ਤਾਂ ਉਸ ਨੂੰ ਆਪਾਂ ਕਿਵੇਂ ਕਰਨਾ ਹੈ? ਤਾਂ ਸਭ ਤੋਂ ਪਹਿਲਾਂ ਜੀ ਬੱਚੋ ਕੋਈ ਵੀ ਟੈਂਸ ਹੈ ਉਹਦੀ ਜਿਹੜੀ ਪਛਾਣ ਹੋਣੀ ਜਿਹੜੀ ਹੈ ਉਹ ਆਪਾਂ ਨੂੰ ਜ਼ਰੂਰੀ ਹੈ। ਤਾਂ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪ੍ਰੈਜੈਂਟ ਇੰਡੈਫੀਨਿਟ ਟੈਂਸ। ਕੋਈ ਵੀ ਟੈਂਸ ਹੈ, ਜੋ ਵੀ ਟੈਂਸ ਕਰਨਾ ਹੈ, ਸਭ ਤੋਂ ਪਹਿਲਾਂ ਉਹਦੀ ਪਛਾਣ ਹੋਣੀ ਜ਼ਰੂਰੀ ਹੈ। ਤਾਂ ਪਛਾਣ ਦੇ ਵਿੱਚ ਕੀ ਹੋਏਗਾ ਟੈਂਸ ਦੇ ਵਿੱਚ? ਤਾਂ ਪਛਾਣ ਦੇ ਵਿੱਚ ਕੀ ਹੈ? ਸਭ ਤੋਂ ਪਹਿਲਾਂ ਕੀ ਹੈ, ਵਾਕ ਦੇ ਅੰਤ ਵਿੱਚ ਦਾ ਹੈ, ਦੇ ਹੈ, ਦੀ ਹੈ, ਦਾ ਹਾਂ, ਦੇ ਹਨ, ਆਦਿ ਆਉਂਦਾ ਹੈ। ਜਿੰਨੇ ਵੀ ਟੈਂਸ ਆਪਾਂ ਕਰਾਂਗੇ 12 ਟੈਂਸ ਹੈ। ਹਰੇਕ ਟੈਂਸ ਦੇ ਵਿੱਚ ਕੀ ਹੈ, ਸਭ ਤੋਂ ਪਹਿਲਾਂ ਜਦੋਂ ਵੀ ਆਪਾਂ ਪੰਜਾਬੀ ਟੂ ਇੰਗਲਿਸ਼ ਬਣਾਉਣੀ ਹੈ ਤਾਂ ਪੰਜਾਬੀ ਟੂ ਇੰਗਲਿਸ਼ ਬਣਾਉਣ ਲੱਗਿਆਂ ਆਪਾਂ ਨੂੰ ਸਭ ਤੋਂ ਪਹਿਲਾਂ ਜਿਹੜਾ ਕੀ ਹੈ, ਸਭ ਤੋਂ ਮੇਨ ਗੱਲ ਜਿਹੜੀ ਕੀ ਹੋਣੀ ਚਾਹੀਦੀ ਹੈ, ਸਾਨੂੰ ਉਸ ਵਾਕ ਦੀ ਪਛਾਣ ਹੋਣੀ ਚਾਹੀਦੀ ਹੈ ਵੀ ਉਸ ਵਾਕ ਦੇ ਵਿੱਚ ਆਪਾਂ ਇਹ ਚੀਜ਼ ਦੇਖਣੀ ਹੈ ਵੀ ਇਹ ਟੈਂਸ ਕਿਹੜਾ ਹੈ। ਤਾਂ ਪ੍ਰੈਜੈਂਟ ਇੰਡੈਫੀਨਿਟ ਟੈਂਸ ਹੈ, ਪ੍ਰੈਜੈਂਟ ਇੰਡੈਫੀਨਿਟ ਟੈਂਸ ਦੀ ਜਿਹੜੀ ਪਛਾਣ ਜਿਹੜੀ ਹੈ ਕੀ ਹੋਏਗੀ, ਜਿਹੜਾ ਵਾਕ ਹੋਏਗਾ, ਵਾਕ ਦੇ ਅੰਤ ਦੇ ਵਿੱਚ ਜਿਹੜਾ ਕੀ ਹੋਏਗਾ, ਦਾ ਹੈ, ਦੇ ਹੈ, ਦੀ ਹੈ, ਦਾ ਹਾਂ, ਦੇ ਹਨ ਆਦਿ ਜਿਹੜਾ ਹੈ ਉਹ ਆਇਆ ਹੁੰਦਾ ਹੈ। ਜਿਵੇਂ ਕਿ ਸਪੋਜ਼ ਐਗਜ਼ਾਮਪਲ ਜਿਹੜੀ ਹੈ ਉਹ ਦੇਖੋ, ਇਧਰ ਧਿਆਨ ਦਿਆ ਜੇ। ਜਿਵੇਂ ਕਿ ਮੈਂ ਲਿਖ ਦੇਣਾ ਵੀ ਜਿਵੇਂ ਉਹ ਖੇਡਦਾ ਹੈ, ਉਹ ਖੇਡ ਰਿਹਾ ਹੈ। ਉਹ ਖੇਡਦਾ ਹੈ, ਖੇਡ ਰਿਹਾ ਹੈ, ਤੁਹਾਨੂੰ ਸਭ ਤੋਂ ਪਹਿਲਾਂ ਕੀ ਪਛਾਣ ਹੋਣੀ ਜ਼ਰੂਰੀ ਚਾਹੀਦੀ ਹੈ ਟੈਂਸ ਦੇ ਵਿੱਚ ਕੀ ਹੈ ਵੀ ਇਹ ਟੈਂਸ ਕਿਹੜਾ ਹੈ। ਤਾਂ ਆਪਾਂ ਨੂੰ ਕਿਵੇਂ ਪਤਾ ਲੱਗੇਗਾ ਵੀ ਇਹ ਟੈਂਸ ਕਿਹੜਾ ਹੈ? ਤਾਂ ਆਪਾਂ ਵਾਕ ਦੇ ਅੰਤ ਵਿੱਚ ਜਾਣਾ ਹੈ, ਕੀ ਜਾਣਾ ਹੈ, ਉਹ ਖੇਡਦਾ ਹੈ, ਇਹਦੇ ਦਾ ਹੈ ਆ ਗਿਆ, ਇੱਥੇ ਆ ਗਿਆ ਰਿਹਾ ਹੈ। ਤਾਂ ਤੁਹਾਨੂੰ ਪਛਾਣ ਹੋਣੀ ਜ਼ਰੂਰੀ ਹੈ ਵੀ ਟੈਂਸ ਕਿਹੜਾ ਹੈ, ਦਾ ਹੈ ਆ ਗਿਆ, ਤਾਂ ਟੈਂਸ ਕਿਹੜਾ ਆ ਗਿਆ, ਪ੍ਰੈਜੈਂਟ ਇਨ ਡੈਫੀਨਿਟ ਟੈਂਸ ਹੈ। ਸਾਨੂੰ ਹੁਣ ਪਛਾਣ ਪਤਾ ਲੱਗ ਗਈ ਵੀ ਟੈਂਸ ਕਿਹੜਾ ਹੈਗਾ ਹੈ। ਪਛਾਣ ਤੋਂ ਬਾਅਦ ਜਿਹੜੀ ਗੱਲ ਹੈ, ਆਪਣੀ ਜਿਹੜੀ ਪਛਾਣ ਹੈ, ਪਛਾਣ ਹੋਣ ਤੋਂ ਬਾਅਦ ਜਿਹੜਾ ਕੀ ਹੈਗਾ ਆਪਣੇ ਉਹਦੀ ਆਉਂਦੀ ਹੈ ਵਰਤੋਂ। ਤਾਂ ਵਰਤੋਂ ਦੇ ਵਿੱਚ ਕੀ ਹੈਗਾ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਇਸ ਟੈਂਸ ਵਿੱਚ ਕੀ ਲੱਗਦਾ ਹੈ। ਤਾਂ ਵਰਤੋਂ ਜਿਹੜੀ ਹੈ ਉਹਦੇ 'ਚ ਕੀ ਹੋ ਜਾਏਗਾ, ਸਭ ਤੋਂ ਪਹਿਲਾਂ ਸਬਜੈਕਟ ਪਲੱਸ ਵਰਬ ਦੀ ਫਸਟ ਫਾਰਮ ਜਾਂ ਫਸਟ ਫਾਰਮ ਨਾਲ ਐਸ ਜਾਂ ਈਐਸ ਪਲੱਸ ਕੀ ਆ ਜਾਏਗਾ, ਆਬਜੈਕਟ। ਤਾਂ ਜੀ ਆਪਾਂ ਦੇਖਿਆ ਸਾਨੂੰ ਪਛਾਣ ਪਤਾ ਲੱਗ ਗਈ ਵੀ ਪਛਾਣ ਕੀ ਹੈ। ਫਿਰ ਆਪਾਂ ਨੂੰ ਵਰਤੋਂ ਦੀ ਪਤਾ ਲੱਗ ਗਈ, ਵਰਤੋਂ 'ਚ ਕੀ ਹੁੰਦਾ ਹੈ, ਸਭ ਤੋਂ ਪਹਿਲਾਂ ਸਬਜੈਕਟ ਆਉਂਦਾ ਹੈ, ਸਬਜੈਕਟ ਤੋਂ ਬਾਅਦ ਵਰਬ ਦੀ ਫਸਟ ਫਾਰਮ ਜਾਂ ਫਸਟ ਫਾਰਮ ਨਾਲ ਐਸ ਜਾਂ ਈਐਸ ਪਲੱਸ ਆਬਜੈਕਟ। ਹੁਣ ਗੱਲ ਆਉਂਦੀ ਹੈ ਸਬਜੈਕਟ ਦੀ। ਸਬਜੈਕਟ ਦਾ ਆਪਾਂ ਨੂੰ ਪਤਾ ਜਿਹੜਾ ਵਾਕ ਦੇ ਸਟਾਰਟ ਦੇ ਜਿਹੜੀ ਚੀਜ਼ ਹੁੰਦੀ ਹੈ ਉਹ ਸਬਜੈਕਟ ਹੋ ਗਿਆ। ਉਸ ਤੋਂ ਬਾਅਦ ਗੱਲ ਆਉਂਦੀ ਹੈ ਵਰਬ ਦੀ ਫਸਟ ਫਾਰਮ ਜਾਂ ਫਸਟ ਫਾਰਮ ਦੇ ਨਾਲ ਐਸ ਜਾਂ ਈਐਸ। ਤਾਂ ਆਪਾਂ ਪਹਿਲਾਂ ਗੱਲ ਕਲੀਅਰ ਕਰਦੇ ਹਾਂ, ਵਰਬ ਦੀ ਜਿਹੜੀ ਫਸਟ ਫਾਰਮ ਜਾਂ ਫਸਟ ਫਾਰਮ ਨਾਲ ਐਸ ਜਾਂ ਈਐਸ ਇਹ ਜਿਹੜੀ ਹੈ ਆਪਾਂ ਕਦੋਂ ਲਗਾਉਣੇ ਕਰਦੇ ਹਾਂ। ਤਾਂ ਪਹਿਲਾਂ ਆਪਾਂ ਨੋਟ ਕਰਾਂਗੇ ਕਿ ਜਦੋਂ ਵਾਕ ਆਈ, ਵੀ, ਯੂ, ਦੇ ਜਾਂ ਬਹੁਵਚਨ ਨਾਂ ਨਾਲ ਸ਼ੁਰੂ ਹੋਵੇ ਤਾਂ ਵਰਬ ਦੀ ਫਸਟ ਫਾਰਮ ਦੀ ਵਰਤੋਂ ਹੁੰਦੀ ਹੈ। ਦੂਸਰੀ ਗੱਲ ਕਰੀਏ, ਜਦੋਂ ਵਾਕ ਹੀ, ਸ਼ੀ, ਇਟ,
ਜਾਂ ਇੱਕ ਵਚਨ ਨਾਂ ਨਾਲ ਸ਼ੁਰੂ ਹੋਵੇ ਤਾਂ ਵਰਬ ਦੀ ਫਸਟ ਫਾਰਮ ਨਾਲ ਐਸ ਜਾਂ ਈਐਸ ਦੀ ਵਰਤੋਂ ਹੁੰਦੀ ਹੈ। ਤਾਂ ਸਟੂਡੈਂਟ ਜੀ ਆਪਾਂ ਇਹ ਗੱਲ ਦੇਖੀ ਵੀ ਪ੍ਰੈਜੈਂਟ ਇਨਡੈਫੀਨਿਟ ਟੈਂਸ ਹੈ। ਪ੍ਰੈਜੈਂਟ ਇਨਡੈਫੀਨਿਟ ਟੈਂਸ ਜਿਹੜਾ ਹੈਗਾ ਇਹਦੀ ਕੀ ਗੱਲ ਕਰੀਏ ਆਪਾਂ, ਜਿਹੜੇ 12 ਦੇ 12 ਟੈਂਸ ਹੈ, 12 ਟੈਂਸਾਂ ਦੇ ਵਿੱਚ ਕੀ ਹੈ, ਸਾਨੂੰ ਸਭ ਤੋਂ ਪਹਿਲਾਂ ਜਿਹੜਾ ਵੀ ਟੈਂਸ ਕਰਨਾ ਆਪਾਂ ਤਾਂ ਸਾਨੂੰ ਉਹਦੀ ਜਿਹੜੀ ਹੈ ਪਛਾਣ ਜਿਹੜੀ ਹੈ ਪਤਾ ਹੋਣਾ ਚਾਹੀਦੀ ਹੈ। ਪਛਾਣ ਤੋਂ ਬਾਅਦ ਸਾਨੂੰ ਉਹਦੀ ਵਰਤੋਂ ਪਤਾ ਹੋਣੀ ਚਾਹੀਦੀ ਹੈ ਵੀ ਕਿਹੜੇ 'ਚ ਮੰਨ ਲਓ ਕੀ ਹੈ, ਮੰਨ ਲਓ ਕਿਹੜੇ ਟੈਂਸ ਦੇ ਵਿੱਚ ਕਿਹੜੀ ਵਰਬ ਲੱਗਦੀ ਹੈ ਜਾਂ ਕਿਹੜਾ ਹੈਲਪਿੰਗ ਵਰਬ ਲੱਗਦਾ ਹੈ। ਤਾਂ ਆਪਾਂ ਗੱਲ ਕੀਤੀ ਵੀ ਵਰਤੋਂ ਜਿਹੜੀ ਹੈ ਸਭ ਸਬਜੈਕਟ ਹੋ ਗਿਆ, ਵਰਬ ਦੀ ਫਸਟ ਫਾਰਮ ਜਾਂ ਫਸਟ ਫਾਰਮ ਦੇ ਨਾਲ ਐਸ ਜਾਂ ਈਐਸ ਜਾਂ ਪਲੱਸ ਕੀ ਆ ਜਾਊਗਾ ਓਬਜੈਕਟ। ਹੁਣ ਆਪਾਂ ਫਿਰ ਇਹ ਦੇਖਣਾ ਵੀ ਜਦੋਂ ਵਰਬ ਦੀ ਫਸਟ ਫਾਰਮ ਕਦੋਂ ਲੱਗਣੀ ਹੈ ਤੇ ਵਰਬ ਦੀ ਫਸਟ ਫਾਰਮ ਨਾਲ ਐਸ ਜਾਂ ਈਐਸ ਜਿਹੜਾ ਆਪਾਂ ਕਦੋਂ ਲਗਾਉਣਾ ਹੈ। ਤਾਂ ਜਦੋਂ ਵੀ ਵਾਕ ਆਈ, ਵੂਈ, ਯੂ, ਦੇ ਜਾਂ ਬਹੁਵਚਨ ਨਾਮ ਦੇ ਨਾਲ ਸ਼ੁਰੂ ਹੋਵੇਗਾ ਤਾਂ ਵਰਬ ਦੀ ਆਪਾਂ ਫਸਟ ਫਾਰਮ ਦੀ ਵਰਤੋਂ ਕਰਨੀ ਹੈ। ਤੇ ਜਦੋਂ ਵਾਕ ਹੀ, ਸ਼ੀ, ਇਟ ਜਾਂ ਇੱਕ ਵਚਨ ਨਾਂ ਨਾਲ ਸ਼ੁਰੂ ਹੋਵੇ ਤਾਂ ਵਰਬ ਦੀ ਕੀ ਹੈ ਫਸਟ ਫਾਰਮ ਨਾਲ ਅਸੀਂ ਕੀ ਕਰਨਾ ਹੈ, ਐਸ ਜਾਂ ਈਐਸ ਦੀ ਜਿਹੜੀ ਕੀ ਹੈ ਵਰਤੋਂ ਕਰਨੀ ਹੈ। ਹੁਣ ਆਪਾਂ ਦੇਖੀਏ ਵੀ ਐਸ ਜਾਂ ਈਐਸ ਜਿਹੜਾ ਹੈਗਾ, ਈਐਸ ਕਦੋਂ ਲੱਗਦਾ ਫਾਰਮ ਦੇ ਨਾਲ ਜਾਂ ਐਸ ਕਦੋਂ ਲੱਗਦਾ, ਇਹਦੇ ਬਾਰੇ ਗੱਲ ਕਰੀਏ ਤਾਂ ਜਦੋਂ ਕਿਸੇ ਵਰਬ ਦੇ ਅੰਤ ਵਿੱਚ ਡਬਲ ਐਸ, ਸੀ ਐਚ, ਐਸ ਐਚ, ਐਕਸ ਹੋਵੇ ਤਾਂ ਈਐਸ ਦੀ ਵਰਤੋਂ ਹੁੰਦੀ ਹੈ। ਸਾਨੂੰ ਗੱਲ ਕਲੀਅਰ ਹੋ ਗਈ। ਜਦੋਂ ਕਿਸੇ ਵਰਬ ਦੇ ਅੰਤ ਵਿੱਚ ਜਿਹੜਾ ਕੀ ਹੈ, ਜਦੋਂ ਐਸ ਡਬਲ ਐਸ ਆ ਗਿਆ, ਸੀ ਐਚ ਆ ਗਿਆ, ਐਸ ਐਚ ਆ ਗਿਆ, ਐਕਸ ਆ ਜੇ, ਇੱਕ ਆਪਣੇ ਕੀ ਹੈ ਓ ਐਕਸ ਆ ਜੇ, ਤਾਂ ਕੀ ਹੋਵੇਗਾ ਆਪਣੇ ਕੀ ਹੈ ਵਰਬ ਦੇ ਨਾਲ ਕੀ ਹੈ ਇਸ ਦੀ ਵਰਤੋਂ ਹੋਵੇਗੀ। ਜੇ ਇਹ ਨਾ ਹੋਵੇ ਤਾਂ ਐਸ ਦੀ ਵਰਤੋਂ ਹੋਵੇਗੀ। ਹੁਣ ਆਪਾਂ ਗੱਲ ਕਰਦੇ ਹਾਂ, ਆਪਾਂ ਬਣਾਉਣਾ ਹੈ ਮਤਲਬ ਕੀ ਹੈ ਪੰਜਾਬੀ ਟੂ ਇੰਗਲਿਸ਼ ਬਣਾਉਣੀ ਹੈ ਤਾਂ ਉਹ ਕਿਵੇਂ ਬਣਾਇਆ ਜਾ ਸਕਦਾ ਹੈ। ਜਿਵੇਂ ਆਪਾਂ ਲਿਖ ਦਿੰਦੇ ਹਾਂ ਉਹ ਕਿਤਾਬ ਪੜ੍ਹਦੀ ਹੈ। ਉਹ ਕਿਤਾਬ ਪੜ੍ਹਦੀ ਹੈ। ਤਾਂ ਆਪਾਂ ਸਭ ਤੋਂ ਪਹਿਲਾਂ ਕੀ ਦੇਖਣਾ, ਉਹ ਕਿਤਾਬ ਪੜ੍ਹਦੀ ਹੈ, ਸਭ ਤੋਂ ਪਹਿਲਾਂ ਸਬਜੈਕਟ ਜਿਹੜਾ ਸ਼ੁਰੂ 'ਚ ਆਉਣਾ ਹੀ ਆਉਣਾ ਹੈ। ਸਬਜੈਕਟ ਦਾ ਉਹਦਾ ਮਤਲਬ ਕੀ ਹੁੰਦਾ ਹੈ, ਆਪਾਂ ਦੇਖੀਏ ਪਹਿਲਾਂ ਉਹਦਾ ਮਤਲਬ ਕੀ ਹੈ, ਹੀ ਵੀ ਹੁੰਦਾ ਹੈ, ਸ਼ੀ ਵੀ ਹੁੰਦਾ ਹੈ, ਦੇ ਵੀ ਹੁੰਦਾ ਹੈ। ਪਰ ਆਪਾਂ ਵਾਕ ਨੂੰ ਧਿਆਨ ਨਾਲ ਦੇਖਣਾ ਹੈ ਵੀ ਉਹ ਕਿਤਾਬ ਪੜ੍ਹਦੀ ਹੈ। ਪੜ੍ਹਦੀ ਮੀਨਸ ਕੀ ਆ ਗਿਆ, ਲੜਕੀ ਆ ਗਈ। ਤੇ ਲੜਕੀ ਵਾਸਤੇ ਆਪਾਂ ਕੀ ਯੂਜ਼ ਕਰਦੇ ਹੁੰਦੇ ਹਾਂ, ਲੜਕੀ ਵਾਸਤੇ ਕੀ ਯੂਜ਼ ਕਰਾਂਗੇ ਅਸੀਂ, ਲੜਕੀ ਵਾਸਤੇ ਆਪਾਂ ਕੀ ਯੂਜ਼ ਕਰਨਾ ਹੈ, ਲੜਕੀ ਵਾਸਤੇ ਆਪਾਂ ਯੂਜ਼ ਕੀ ਕਰਨਾ ਹੈ, ਸ਼ੀ। ਤਾਂ ਇੱਥੇ ਆਪਾਂ ਲਿਖ ਲਾਂਗੇ ਸ਼ੀ। ਹੁਣ ਇੱਕ ਚੀਜ਼ ਲਿਖੀ ਸੀ, ਤੁਹਾਨੂੰ ਦੱਸਿਆ ਸੀ ਵੀ ਸਭ ਤੋਂ ਪਹਿਲਾਂ ਸਬਜੈਕਟ, ਸਬਜੈਕਟ ਤੋਂ ਬਾਅਦ ਕੀ ਗੱਲ ਆਉਂਦੀ ਹੈ ਵਰਬ ਦੀ ਫਸਟ ਫਾਰਮ ਜਾਂ ਕੀ ਆਊਗਾ ਫਸਟ ਫਾਰਮ ਦੇ ਨਾਲ ਐਸ ਜਾਂ ਈਐਸ ਪਲੱਸ ਓਬਜੈਕਟ ਆਉਣਾ ਹੈ। ਤਾਂ ਹੁਣ ਆਪਾਂ ਸ਼ੀ ਲਿਖਿਆ ਤਾਂ ਇੱਕ ਸਟੂਡੈਂਟ ਗੱਲ ਧਿਆਨ ਰੱਖਣਾ, ਸਬਜੈਕਟ ਲਿਖਣ ਤੋਂ ਬਾਅਦ ਗੱਲ ਆ ਗਈ ਹੁਣ ਵਰਬ ਦੀ ਫਸਟ ਫਾਰਮ ਜਾਂ ਫਸਟ ਫਾਰਮ ਦੇ ਨਾਲ ਐਸ ਜਾਂ ਈਐਸ ਦੀ ਗੱਲ ਆ ਗਈ। ਹੁਣ ਆਪਾਂ ਸ਼ੀ ਮੰਨ ਲਓ ਸਬਜੈਕਟ ਲਿਖ ਲਿਆ, ਹੁਣ ਵਰਬ ਦੀ ਗੱਲ ਆਵੇਗੀ
ਤਾਂ ਯਾਦ ਰੱਖੋ ਜਿੰਨੇ ਵੀ ਟੈਂਸ ਆਪਾਂ ਕਰਾਂਗੇ ਜਿਹੜੀ ਮਤਲਬ ਵਰਬ ਜਿਹੜੀ ਹੈ ਉਹ ਆਪਾਂ ਨੂੰ ਕਿੱਥੇ ਮਿਲੇਗੀ, ਹਮੇਸ਼ਾ ਯਾਦ ਰੱਖਣਾ ਐਂਡ ਤੇ, ਅਖੀਰ ਦੇ ਉੱਤੇ ਜਿਹੜਾ ਕੀ ਹੈ ਆਪਾਂ ਨੂੰ ਜਿਹੜੀ ਪਛਾਣ ਹੈਗੀ ਹੈ, ਪਛਾਣ ਦੇ ਵਿੱਚ ਜਿਹੜਾ ਕਿ ਆਪਾਂ ਨੂੰ ਵਰਬ ਮਿਲੇਗੀ। ਤਾਂ ਵਰਬ ਕੀ ਆਪਣੇ ਕੋਲ ਪੜ੍ਹਦੀ, ਪੜ੍ਹਨ ਦੀ ਇੰਗਲਿਸ਼ ਕੀ ਹੁੰਦੀ ਹੈ ਰੀਡ, ਰੀਡ। ਹੁਣ ਆਪਾਂ ਇਹ ਚੀਜ਼ ਦੇਖਣੀ ਹੈ ਵੀ ਹੁਣ ਗੱਲ ਸੀ ਆਪਣੇ ਕੋਲ ਵਰਬ ਦੇ ਕੀ ਮਤਲਬ ਕੀ ਹੈ, ਵੀ ਆਪਾਂ ਇਹ ਦੇਖਿਆ ਸੀ ਵੀ ਫਾਰਮ ਜਿਹੜੀ ਮਤਲਬ ਕੀ ਹੈ ਜਿਹੜੀ ਮਤਲਬ ਵਰਬ ਹੈਗੀ ਹੈ, ਇਸ ਟੈਂਸ ਦੇ ਵਿੱਚ ਵਰਬ ਕੀ ਹੈ ਫਸਟ ਫਾਰਮ ਜਾਂ ਫਸਟ ਫਾਰਮ ਦੇ ਨਾਲ ਐਸ ਜਾਂ ਈਐਸ ਦੀ ਵਰਤੋਂ ਹੁੰਦੀ ਹੈ। ਤਾਂ ਆਪਾਂ ਧਿਆਨ ਨਾਲ ਦੇਖਾਂਗੇ ਵਾਕ ਕਿਹਦੇ ਨਾਲ ਸ਼ੁਰੂ ਹੋਇਆ, ਸ਼ੀ ਨਾਲ ਸ਼ੁਰੂ ਹੋਇਆ, ਸ਼ੀ ਨਾਲ ਸ਼ੁਰੂ ਹੋਇਆ ਤਾਂ ਆਪਾਂ ਐਸ ਜਾਂ ਈਐਸ ਦੀ ਵਰਤੋਂ ਕਰਨੀ ਹੈ। ਤਾਂ ਜਿਹੜੇ ਤੁਹਾਨੂੰ ਵਰਡ ਦੱਸੇ ਨਾ ਐਸ ਡਬਲ ਐਸ ਹੈ, ਸੀ ਐਚ ਐਸ ਐਚ ਨਹੀਂ ਹੈਗਾ, ਉਦੋਂ ਕੀ ਆਪਾਂ ਕੀ ਲਗਾਵਾਂਗੇ ਐਸ ਲਗਾਵਾਂਗੇ, ਤਾਂ ਕੀ ਸ਼ੀ ਰੀਡਸ ਆ ਗਿਆ। ਹੁਣ ਯਾਦ ਰੱਖਣਾ ਹੈ ਸਭ ਤੋਂ ਪਹਿਲਾਂ ਜਿਹੜਾ ਸਬਜੈਕਟ ਹੈ, ਸਬਜੈਕਟ ਲਿਖ ਲਿਆ। ਵਰਬ ਜਿਹੜੀ ਆਪਣੇ ਕੀ ਹੈ ਹਮੇਸ਼ਾ ਆਪਾਂ ਨੂੰ ਐਂਡ ਤੇ ਮਿਲੇਗੀ, ਤੇ ਜਿਹੜਾ ਓਬਜੈਕਟ ਜਿਹੜਾ ਕੀ ਹੈ ਉਹ ਵਿਚਕਾਰ ਹੋਵੇਗਾ, ਇਹ ਧਿਆਨ ਰੱਖਣਾ। ਓਬਜੈਕਟ ਕੀ ਆਪਣੇ ਕੋਲ ਕਿਤਾਬ, ਕਿਤਾਬ ਨੂੰ ਕਹਿੰਦੇ ਆ ਬੁੱਕ, ਤਾਂ ਸ਼ੀ ਰੀਡਸ ਏ ਬੁੱਕ। ਅੱਗੋਂ ਮੈਂ ਲਿਖ ਦੇਣਾ ਉਹ ਫੁੱਟਬਾਲ ਖੇਡਦੇ ਹਨ, ਉਹ ਫੁੱਟਬਾਲ ਖੇਡਦੇ ਹਨ, ਉਹ ਫੁੱਟਬਾਲ ਖੇਡਦੇ ਹਨ, ਖੇਡਦੇ ਹਨ। ਸਭ ਤੋਂ ਪਹਿਲਾਂ ਆਪਾਂ ਨੂੰ ਦੇ ਹਨ ਆ ਗਿਆ, ਪਛਾਣ ਪਤਾ ਲੱਗ ਗਿਆ, ਪ੍ਰੈਜੈਂਟ ਇੰਡੈਫੀਨਿਟ ਟੈਂਸ। ਪ੍ਰੈਜੈਂਟ ਇੰਡੈਫੀਨਿਟ ਟੈਂਸ ਤੋਂ ਬਾਅਦ ਫਿਰ ਅਸੀਂ ਕੀ ਕਰਨਾ ਹੈ ਵਰਤੋਂ, ਵਰਤੋਂ ਵਿੱਚ ਆਪਾਂ ਨੂੰ ਪਤਾ ਹੀ ਹੈ ਵੀ ਸਭ ਤੋਂ ਪਹਿਲਾਂ ਸਬਜੈਕਟ, ਸਬਜੈਕਟ ਕੀ ਹੈ ਉਹ ਫੁੱਟਬਾਲ ਖੇਡ, ਆਪਾਂ ਉਹ ਦੇਖਣਾ ਉਹ ਲੜਕਾ ਹੈ, ਉਹ ਲੜਕੀ ਹੈ ਜਾਂ ਬਹੁਵਚਨ ਹੈ। ਹੁਣ ਉਹ ਫੁੱਟਬਾਲ ਖੇਡਦੇ ਹਨ, ਵਾਕ ਤੋਂ ਪਤਾ ਲੱਗ ਰਿਹਾ ਵੀ ਇਹ ਜ਼ਿਆਦਾ ਹੈ, ਜ਼ਿਆਦਾ ਵਾਸਤੇ ਅਸੀਂ ਕੀ ਯੂਜ਼ ਕਰਦੇ ਹਾਂ ਦੇ। ਸਬਜੈਕਟ ਲਿਖਣ ਤੋਂ ਬਾਅਦ ਫਿਰ ਮੈਂ ਤੁਹਾਨੂੰ ਦੱਸਿਆ ਵੀ ਜਿਹੜੀ ਵਰਬ ਹੈਗੀ ਹੈ ਆਪਾਂ ਕੀ ਕਰਨਾ, ਉਹ ਕਿੱਥੇ ਲੱਭਦੀ ਆਪਾਂ ਨੂੰ ਐਂਡ ਤੇ। ਐਂਡ ਤੇ ਕੀ ਹੈਗਾ ਖੇਡਦੇ, ਖੇਡਣ ਦੀ ਇੰਗਲਿਸ਼ ਕੀ ਹੁੰਦੀ ਹੈ ਪਲੇ। ਤਾਂ ਪਲੇ ਕਿਉਂਕਿ ਵਾਕ ਕਦ ਨਾਲ ਸ਼ੁਰੂ ਹੋਇਆ, ਦੇ ਨਾਲ ਸ਼ੁਰੂ ਹੋਇਆ, ਆਈ ਹੋਈ ਯੂ ਦੇ ਜਾਂ ਬਹੁਵਚਨ ਨਾਲ ਸ਼ੁਰੂ ਹੋਵੇ ਤਾਂ ਵਾਕ, ਉਦੋਂ ਆਪਾਂ ਵਰਬ ਦੀ ਫਸਟ ਫਾਰਮ ਯੂਜ਼ ਕਰਦੇ ਹਾਂ, ਐਸ ਜਾਂ ਈਐਸ ਦੀ ਵਰਤੋਂ ਜਿਹੜੀ ਆਪਾਂ ਨਹੀਂ ਕਰਨੀ। ਹੁਣ ਆਪਾਂ ਨੂੰ ਪਤਾ ਹੈ ਵੀ ਜਿਹੜੀ ਵਰਬ ਹੁੰਦੀ ਹੈ ਹਮੇਸ਼ਾ ਜਿਹੜੀ ਕੀ ਹੈ ਟੈਂਸ ਦੇ ਐਂਡ ਦੇ ਵਿੱਚ ਮਿਲਦੀ ਹੈ। ਖੇਡਦੇ ਹਨ ਉਸ ਵਰਬ ਤੋਂ ਪਹਿਲਾਂ, ਜਿਹੜੀ ਵਰਬ ਤੋਂ ਪਹਿਲਾਂ ਜਿਹੜੀ ਚੀਜ਼ ਦਿੱਤੀ ਹੁੰਦੀ ਹੈ ਉਹ ਕੀ ਹੁੰਦਾ ਹੈ ਓਬਜੈਕਟ ਹੁੰਦਾ ਹੈ। ਤਾਂ ਓਬਜੈਕਟ ਆਪਣੇ ਕੋਲ ਕੀ ਹੈ ਫੁੱਟਬਾਲ, ਤਾਂ ਫੁੱਟਬਾਲ ਨੂੰ ਫੁੱਟਬਾਲ ਦਾ ਕੀ ਰਹੂਗਾ ਫੁੱਟਬਾਲ, ਦੇ ਪਲੇ ਫੁੱਟਬਾਲ। ਹਾਂਜੀ ਲੱਗੀ ਸਮਝ। ਜਿਵੇਂ ਮੈਂ ਲਿਖ ਦੇਣਾ ਮੈਂ ਚਾਹ ਪੀਂਦਾ ਹਾਂ, ਮੈਂ ਚਾਹ ਪੀਂਦਾ ਹਾਂ। ਮੈਂ ਦੀ ਇੰਗਲਿਸ਼ ਕੀ ਹੁੰਦੀ ਹੈ ਆਈ। ਸਬਜੈਕਟ ਫਿਰ ਗੱਲ ਹੈਗੀ ਆਪਾਂ ਵਰਬ, ਵਰਬ ਕਿੱਥੇ ਮਿਲੇਗੀ ਆਪਾਂ ਨੂੰ ਵਾਕ ਦੇ ਅੰਤ ਦੇ ਵਿੱਚ, ਪੀਂਦਾ ਹਾਂ, ਪੀਣ ਦੀ ਡਰਿੰਕ ਜਾਂ ਟੇਕ, ਤਾਂ ਇੱਥੇ ਲਿਖਾਂਗੇ ਆਪਾਂ ਟੇਕ ਲਿਖਣਾ ਆਈ ਟੇਕ, ਤੇ ਚਾਹ ਦੀ ਇੰਗਲਿਸ਼ ਕੀ ਹੁੰਦੀ ਹੈ ਟੀ। ਤਾਂ ਸਟੂਡੈਂਟ ਜੀ ਜਦੋਂ ਵੀ ਟੈਂਸ ਕਰਨੇ ਆ ਆਪਾਂ, ਜਿੰਨੇ ਵੀ ਟੈਂਸ ਕਰਾਂਗੇ ਸਭ ਤੋਂ ਪਹਿਲਾਂ ਸਾਨੂੰ ਉਹਦੀ ਪਛਾਣ ਪਤਾ ਹੋਣੀ ਜ਼ਰੂਰੀ ਹੈ। ਪਛਾਣ ਪਤਾ ਹੋਣ ਤੋਂ ਬਾਅਦ ਆਪਾਂ ਨੂੰ ਕੀ ਹੈ ਉਸ ਟੈਂਸ ਦੀ ਵਰਤੋਂ ਪਤਾ ਹੋਣੀ ਚਾਹੀਦੀ ਹੈ। ਵਰਤੋਂ ਤੋਂ ਬਾਅਦ ਜਿਹੜਾ ਆਪਾਂ ਨੂੰ ਜਿਹੜੀ ਕਿ ਸਾਰੀ ਗੱਲ ਜਿਹੜੀ ਹੈ ਉਹ ਕਲੀਅਰ ਜਿਹੜੀ ਹੈ ਹੋਏਗੀ। ਹਾਂਜੀ ਇਹ ਤੇ ਸਿੰਪਲ। ਫਿਰ ਆਪਾਂ ਹੁਣ ਗੱਲ ਕਰਦੇ ਹਾਂ ਨੈਗੇਟਿਵ ਦੀ। ਨੈਗੇਟਿਵ ਦੇ ਵਿੱਚ ਕੀ ਹੁੰਦਾ ਹੈ, ਨੈਗੇਟਿਵ ਦੇ ਵਿੱਚ ਕੀ ਹੁੰਦਾ ਹੈ ਸਬਜੈਕਟ, ਡੂ ਨਾਟ, ਡਜ਼ ਨਾਟ, ਵਰਬ ਦੀ ਫਸਟ ਫਾਰਮ, ਫਿਰ ਕੀ ਆ ਜਾਏਗਾ ਆਪਣੇ ਕੋਲ ਓਬਜੈਕਟ ਆ ਜਾਏਗਾ। ਹੁਣ ਆਪਾਂ ਨੈਗੇਟਿਵ ਦੇ ਵਿੱਚ ਕੀ ਹੈ ਸਾਨੂੰ ਪਤਾ ਲੱਗ ਗਿਆ। ਹੁਣ ਜਿਹੜਾ ਕੀ ਹੈ ਵੀ ਨੈਗੇਟਿਵ ਦੇ ਵਿੱਚ ਕੀ ਹੁੰਦਾ ਹੈ ਸਭ ਤੋਂ ਪਹਿਲਾਂ ਸਬਜੈਕਟ ਆਉਂਦਾ, ਫਿਰ ਡੂ ਨਾਟ, ਡਜ਼ ਨਾਟ, ਵਰਬ ਦੀ ਫਸਟ ਫਾਰਮ, ਓਬਜੈਕਟ। ਹੁਣ ਉਹ ਗੱਲ ਨਹੀਂ ਆਪਾਂ ਨੂੰ ਇਹਦੇ ਵਿੱਚ ਹੈਗਾ ਨੈਗੇਟਿਵ ਦੇ ਵਿੱਚ ਵੀ ਐਸ ਜਾਂ ਈਐਸ ਇਕੱਲੀ ਵਰਬ ਦੀ ਫਸਟ ਫਾਰਮ ਜਿਹੜੀ ਹੈ ਉਹ ਹੀ ਲੱਗਣੀ ਹੈ। ਹੁਣ ਧਿਆਨ ਦਿਓ ਡੂ ਨਾਟ ਤੇ ਡਜ਼ ਨਾਟ ਕਿਹਦੇ ਨਾਲ ਲੱਗਦਾ ਹੈ, ਆਪਾਂ ਗੱਲ ਕਰਦੇ ਹਾਂ ਡੂ ਨਾਟ। ਡੂ ਨਾਟ ਜਿਹੜਾ ਹੈ ਆਈ, ਵੀ, ਯੂ, ਦੇ ਜਾਂ ਬਹੁਵਚਨ ਨਾਂ ਨਾਲ।
ਡਜ਼ ਨਾਟ ਜਿਹੜਾ ਹੈ ਉਹ ਕਿਸ ਨਾਲ ਲੱਗੇਗਾ? ਡਜ਼ ਨਾਟ ਜਿਹੜਾ ਹੈ ਉਹ ਹੀ, ਸ਼ੀ, ਇਟ ਜਾਂ ਇੱਕ ਵਚਨ ਨਾ ਨਾਲ। ਹੁਣ ਆਪਾਂ ਨੂੰ ਗੱਲ ਕਲੀਅਰ ਹੋ ਗਈ। ਡੂ ਨੋਟ ਦੇ ਨੈਗੇਟਿਵ ਦੀ ਗੱਲ ਕਰੀਏ ਪ੍ਰੈਜੈਂਟ ਇੰਡੈਫੀਨਿਟ ਟੈਂਸ ਦੇ ਵਿੱਚ ਜਿਹੜਾ ਕੀ ਹੈ ਨੈਗੇਟਿਵ ਡੂ ਨੋਟ ਜਾਂ ਡਜ਼ ਨੋਟ ਜਿਹੜਾ ਹੈ ਉਹ ਯੂਜ਼ ਹੁੰਦਾ ਹੈ। ਡਜ਼ ਨੋਟ ਕਿਸ ਦੇ ਨਾਲ ਲੱਗਦਾ ਹੈ, ਡੂ ਨੋਟ ਜਿਹੜਾ ਹੈ ਕਿਸ ਨਾਲ ਲੱਗਦਾ ਹੈ। ਤੁਹਾਨੂੰ ਜਿਹੜੀ ਗੱਲ ਕਲੀਅਰ ਹੋ ਗਈ। ਹੁਣ ਆਪਾਂ ਐਗਜ਼ਾਮਪਲ ਲੈਂਦੇ ਹਾਂ। एग्जाम्पल की गल करिए, मैं लिख देना ओ स्कूल नहीं जाती है, ओ स्कूल नहीं जाती है। ओ स्कूल नहीं जाती है कौन नहीं जाती? लड़की आ गई, गल आ गई तो लड़की वास्ते वो इंग्लिश की हो जाएगी शी। हुण आपां जिहड़ा की है भी सब तो पहला आपां ये गल कीती सबजैक्ट लिख लिया आपां। सबजैक्ट तो बाद गल आती है डू नोट या डज नोट। आपां डू नोट लगाना है, डज नोट लगाना है, तो मैं लिखिया इत्थे तुहानूं भी शी नाल की लगेगा डज नॉट, शी डज नॉट। स्टूडेंट जी वही तरीका उवें ही। फिर उस तो बाद गल आती वर्ब जिहड़ी है तुहानूं हमेशा याद रखिया जे वर्ब जिहड़ी है एंड दे विच अखीर दे विच जिहड़ी की है तुहानूं हमेशा एंड दे विच जिहड़ी की है अखीर दे विच जिहड़ा की गई वर्ब जिहड़ी तुहानूं जिहड़ी है हमेशा जिहड़ी की होएगी वो जिहड़ी वर्ब जिहड़ी है एंड दे विच अखीर दे विच तुहानूं जिहड़ी है वर्ब जिहड़ी है मिलेगी। तां की है जांदी। हुण जाण दी इंग्लिश जिहड़ी की हुंदी है, जाण दी इंग्लिश की हुंदी है गो। गो टू ते की आ जाऊगा स्कूल। आपां होर एग्जाम्पल लैंदे आ। तुसीं दवाई नहीं लैंदे हो, तुसीं दवाई नहीं लैंदे हो। हुण तुसीं दवाई नहीं लैंदे हो, तुसीं दी इंग्लिश की हो जाएगी यू। यू हुण नैगेटिव है सब्जैक्ट तो बाद की आया डू नॉट या डज नॉट, तो यू नाल की लगेगा डू नॉट, यू डू नॉट। उस तो बाद गल आती है वर्ब जिहड़ी है तुहानूं मैं दस्सिआ कि वर्ब जिहड़ी है वो कित्थे लभेगी आपां नूं, वो हमेशा की होएगी एंड ते जिहड़ी लास्ट ते जिहड़ा की है भी जिहड़ी पछाण है उहदे विच तुहानूं जिहड़ी है वर्ब मिलेगी। तां हुण की हैगी है लैंदे, लैंदे दी इंग्लिश की हुंदी है टेक। ठीक है, हुण आपां इहदे च की उल्ट चलना है काम। उस तो बाद की अपने कोल की आ जाएगी मतलब की है आपां की लिखना हुण फिर ऑब्जैक्ट की अपने कोल मैडिसन, दवाई नूं की कहने आपां मैडिसन। हाँ जी, एक एग्जाम्पल होर ले लैंदे आपां। असीं गीत गाउंदे हां, असीं गीत गाउंदे हां। हुण गल आंदी है असीं दी इंग्लिश की हुंदी है वही। असीं गीत नहीं गाउंदे हां क्योंकि नैगेटिव कर रहे हैं आपां। असीं गीत नहीं गाउंदे हां वही आ गया, वही नाल की लगेगा फिर डू नॉट, वी डू नॉट। गाण दी इंग्लिश वर्ब जिहड़ी कित्थे मिलेगी आपां नूं एंड ते। गाण दी कहंदे सिंग, वी डू नॉट सिंग। ते गीत दी की हुंदी है ये सॉन्ग, वी डू नॉट सिंग ए सॉन्ग। ये अपना की हो गया नैगेटिव जिहड़ा है प्रेजेंट इंडेफिनिट टेंस का जिहड़ा है ये हो गया। हुण आपां चलदे हां अगों गल करदे हां इंटैरोगेटिव। इंटैरोगेटिव दे विच की करदे हां आपां, इंटैरोगेटिव दे विच की है डू डज
ਡੂ ਦਾ ਜਿਹੜਾ ਕੀ ਹੈ ਵਾਕ ਦੇ ਹਮੇਸ਼ਾ ਸ਼ੁਰੂ ਦੇ ਵਿੱਚ ਆਉਣਾ ਹੈ। ਉਸ ਤੋਂ ਬਾਅਦ ਕੀ ਕਰਨੇ ਆਪਾਂ, ਸਬਜੈਕਟ ਆ ਜਾਓ, ਸਬਜੈਕਟ ਤੋਂ ਬਾਅਦ ਕੀ ਹੈ ਵਰਬ ਦੀ ਫਸਟ ਫਾਰਮ ਆ ਜਾਏਗੀ। ਉਸ ਤੋਂ ਬਾਅਦ ਕੀ ਆ ਜਾਏਗਾ ਆਪਣੇ ਕੋਲ ਆਬਜੈਕਟ, ਅਤੇ ਆਬਜੈਕਟ ਤੋਂ ਬਾਅਦ ਕੀ ਆ ਜਾਊਗਾ ਕੁਐਸਚਨ ਮਾਰਕ। ਇਹ ਜਿਹੜਾ ਆਪਣਾ ਜਿਹੜਾ ਕੀ ਹੈਗਾ ਵੀ ਡੂ ਡਜ਼ ਦਾ ਜਿਹੜਾ ਸਿਸਟਮ ਹੈ। ਡੂ ਦੀ ਗੱਲ ਜਿਹੜੀ ਹੈ, ਡੂ ਹੈ ਕਿ ਆਈ ਵੀ ਯੂ ਦੇ ਨਾਲ। ਡਜ਼ ਜਿਹੜਾ ਹੈ ਆ ਜਾਊਗਾ ਹੀ, ਇਟ ਜਾਂ ਇੱਕ ਵਚਨ, ਇੱਕ ਵਚਨ ਨਾ ਨਾਲ। ਇਹ ਮੈਂ ਲਿਖਣਾ ਸੀ ਆਪਾਂ ਜਾਂ ਬਹੁ ਵਚਨ। ਨਾ ਹੁਣ ਕੀ ਹੈ ਆਪਾਂ ਨੂੰ ਪਤਾ ਲੱਗ ਗਿਆ ਡੂ ਦਾ ਸਾਰੀ ਗੱਲ ਜਿਹੜੀ ਹੈ ਆਪਾਂ ਨੂੰ ਕਲੀਅਰ ਹੋ ਗਈ। ਹੁਣ ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ। ਐਗਜ਼ਾਮਪਲ ਮੈਂ ਲਿਖ ਦੇਣਾ ਵੀ ਕੀ ਤੁਸੀਂ ਕਿਤਾਬ ਪੜ੍ਹਦੇ ਹੋ, ਕੀ ਤੁਸੀਂ ਕਿਤਾਬ ਪੜ੍ਹਦੇ ਹੋ। ਆਪਾਂ ਨੂੰ ਪਤਾ ਲੱਗ ਗਿਆ ਵੀ ਇਹ ਕੁਐਸਚਨ ਮਾਰਕ ਪਿੱਛੇ ਨਿਸ਼ਾਨ ਬਣਿਆ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਕੁਐਸਚਨ ਮਾਰਕ ਹੈ। ਹੁਣ ਜਿਹੜੀ ਕੀ ਹੈ ਕੀ ਦੀ ਇੰਗਲਿਸ਼ ਵੈਸੇ ਤਾਂ ਹੁੰਦੀ ਹੈ ਵਟ ਮਾਨੇ ਕੀ ਹੁੰਦਾ ਹੈ, ਪਰ ਆਪਾਂ ਜਿਹੜਾ ਕਿ ਜਦੋਂ ਸਟਾਰਟਿੰਗ ਦੇ ਵਿੱਚ ਸ਼ੁਰੂਆਤ ਦੇ ਵਿੱਚ ਕੀ ਸ਼ਬਦ ਆ ਗਿਆ ਤਾਂ ਆਪਾਂ ਟੈਂਸ ਦੇ ਅਕੋਰਡਿੰਗ ਚੱਲਣਾ। ਆਪਾਂ ਨੂੰ ਸਭ ਤੋਂ ਪਹਿਲਾਂ ਤਾਂ ਪਛਾਣ ਪਤਾ ਹੋਵੇ ਕਿ ਤੁਸੀਂ ਕਿਤਾਬ ਪੜ੍ਹਦੇ ਹੋ। ਆਪਾਂ ਨੂੰ ਦੇ ਹੋ ਆ ਗਿਆ, ਤਾਂ ਦੇ ਹੋ ਦਾ ਮਤਲਬ ਕੀ ਹੈਗਾ ਆਪਣਾ ਟੈਂਸ ਕਿਹੜਾ ਹੈ, ਪ੍ਰੈਜੈਂਟ ਇੰਡੈਫੀਨਿਟ ਟੈਂਸ। ਪ੍ਰੈਜੈਂਟ ਇੰਡੈਫੀਨਿਟ ਟੈਂਸ ਦਾ ਪਤਾ ਲੱਗ ਗਿਆ ਤੁਹਾਨੂੰ। ਫਿਰ ਆਪਾਂ ਵਾਕ ਦੇਖਣਾ ਵੀ ਵਾਕ ਸਿੰਪਲ ਹੈ, ਨੈਗੇਟਿਵ ਹੈ, ਇੰਟੈਰੋਗੇਟਿਵ ਹੈ। ਆਪਾਂ ਨੂੰ ਵਾਕ ਕੀ ਲੱਗਿਆ, ਇੰਟੈਰੋਗੇਟਿਵ ਹੈ। ਤੇ ਆਪਾਂ ਨੂੰ ਪਤਾ ਹੈ ਵੀ ਜਿਹੜਾ ਸਟਾਰਟਿੰਗ ਦੇ ਵਿੱਚ ਜਿਹੜਾ ਸ਼ੁਰੂਆਤ ਦੇ ਵਿੱਚ ਕੀ ਹੈ ਡੂ ਜਾਂ ਡਜ਼ ਜਿਹੜਾ ਯੂਜ਼ ਹੋਵੇਗਾ। ਡੂ ਡਜ਼ ਲਗਾਉਣਾ ਜਿਹੜਾ ਉਹ ਕਿਹਨੂੰ ਦੇਖ ਕੇ ਲਗਾਉਣਾ ਅਸੀਂ, ਸਬਜੈਕਟ ਨੂੰ। ਸਬਜੈਕਟ ਮੀਨਸ ਕੀ, ਜੇ ਮੰਨ ਕੇ ਚਲੋ ਆਪਾਂ ਕਿਹਨੂੰ ਬੋਲਦੇ ਹਾਂ ਤੁਸੀਂ ਕੀ ਆਪਣੇ ਕੋਲ ਸਬਜੈਕਟ, ਤਾਂ ਆਪਾਂ ਕੀ ਕਰਾਂਗੇ ਤੁਸੀਂ ਦੀ ਇੰਗਲਿਸ਼ ਕੀ ਹੁੰਦੀ ਹੈ ਯੂ। ਹੁਣ ਯੂ ਨਾਲ ਕੀ ਲੱਗਣਾ ਚਾਹੀਦਾ ਹੈ, ਡੂ ਲੱਗੇਗਾ, ਡਜ਼ ਲੱਗੇਗਾ। ਮੈਂ ਤੁਹਾਨੂੰ ਦੱਸਿਆ ਸਾਰਾ ਇੱਥੇ ਉੱਪਰ ਲਿਖੇ ਦਾ ਕੀ ਆ ਜਾਊਗਾ ਡੂ ਹੈ ਨਾ ਕੈਪੀਟਲ ਡੀ, ਜਿਹੜੀ ਡੂ ਜਿਹੜਾ ਹੈ ਕੈਪੀਟਲ ਲੈਟਰ 'ਚ ਲਿਖਣਾ ਹੈ। ਪਹਿਲਾ ਅੱਖਰ ਜਿਹੜਾ ਹਮੇਸ਼ਾ ਕੈਪੀਟਲ ਲੈਟਰ 'ਚ ਹੁੰਦਾ ਤਾਂ ਡੂ ਯੂ ਆ ਜਾਏਗਾ। ਤਾਂ ਉਸ ਤੋਂ ਬਾਅਦ ਜਿਹੜਾ ਕੀ ਆਪਾਂ ਗੱਲ ਕਰਦੇ ਹਾਂ ਲਿਖਣ ਤੋਂ ਬਾਅਦ ਫਿਰ ਗੱਲ ਆਉਂਦੀ ਹੈ ਸਬਜੈਕਟ ਆਪਣੇ ਕੋਲ ਲਿਖਿਆ ਗਿਆ। ਫਿਰ ਵਰਬ ਦੀ ਫਸਟ ਫਾਰਮ, ਵਰਬ ਕਿੱਥੇ ਮਿਲੇਗੀ ਆਪਾਂ ਨੂੰ ਐਂਡ ਦੇ ਵਿੱਚ, ਪੜ੍ਹਦੇ ਇੰਗਲਿਸ਼ ਕੀ ਹੁੰਦੀ ਹੈ ਰੀਡ ਹੁੰਦਾ ਹੈ। ਡੂ ਯੂ ਰੀਡ, ਉਸ ਤੋਂ ਬਾਅਦ ਪੜ੍ਹਨ ਫਿਰ ਕੀ ਹੈ, ਕੀ ਪੜ੍ਹਦਾ ਉਹ ਕਿਤਾਬ, ਕਿਉਂਕਿ ਵਰਬ ਤੋਂ ਪਹਿਲਾਂ ਜਿਹੜਾ ਕੀ ਹੁੰਦਾ ਉਹ ਆਬਜੈਕਟ ਦਾ ਕੀ ਕਿਤਾਬ। ਡੂ ਯੂ ਰੀਡ ਏ ਬੁੱਕ। ਅੱਗੇ ਆ ਗਿਆ, ਲਿਖਦੇ ਹਾਂ ਆਪਾਂ ਕੀ ਤੁਹਾਡੇ ਮਾਤਾ ਜੀ ਆਟਾ ਗੁੰਨਦੇ ਹਨ। ਕੀ ਤੁਹਾਡੇ ਮਾਤਾ ਜੀ ਆਟਾ ਗੁੰਨਦੇ ਹਨ। ਕੀ ਤੁਹਾਡੇ ਮਾਤਾ ਜੀ ਆਟਾ ਗੁੰਨਦੇ ਹਨ। ਹੁਣ ਧਿਆਨ ਨਾਲ ਦੇਖੋ, ਕੀ ਤੁਹਾਡੇ ਮਾਤਾ ਜੀ ਆਟਾ ਗੁੰਨਦੇ ਹਨ। ਕੀ ਹੁਣ ਜਿਹੜਾ ਕੀ ਗਿਆ ਵੀ ਆਪਾਂ ਮਤਲਬ ਕੀ ਹੈ ਵੀ ਧਿਆਨ ਨਾਲ ਦੇਖੀਏ ਇਹਨੂੰ, ਤਾਂ ਕੀ ਹੈ ਆਪਣੇ ਕੋਲ ਸਭ ਤੁਹਾਡੇ, ਤਾਂ ਤੁਹਾਡੇ ਦੀ ਇੰਗਲਿਸ਼ ਕੀ ਲੱਭ ਕੇ ਗਿਆ ਵੇ, ਮਤਲਬ ਕੀ ਹੈ ਯੂਅਰ, ਤੁਹਾਡੇ ਕੀ ਆ ਜਾਊਗੀ। ਆਪਾਂ ਲਿਖੀਏ ਇੱਥੇ ਤੁਹਾਡੇ, ਤੁਸੀਂ ਜਾਂ ਤੁਹਾਡਾ, ਮਤਲਬ ਕੀ ਲਿਖਿਆ ਆਪਾਂ ਯੂ ਲਿਖਤਾ ਇੱਥੇ, ਠੀਕ ਹੈ। ਹੁਣ ਕੀ ਹੈ ਇੱਥੇ ਮੰਨ ਲਓ ਕਿ ਤੁਹਾਡੇ ਯੂ ਨਾਲ ਕੀ ਆਏਗਾ ਡੂ ਇੱਥੇ ਕੀ ਹੈ, ਮੰਨ ਲਓ ਤੁਹਾਡੇ ਦੀ ਇੰਗਲਿਸ਼ ਕੀ ਆਊਗੀ ਯੂਰ ਪਾਵਾਂਗੇ ਕੋਈ, ਠੀਕ ਹੈ ਨਾ। ਤੁਹਾਡੇ ਮਾਤਾ ਜੀ, ਥੋੜਾ ਜਿਹਾ ਆਪਣਾ ਕੀ ਹੈਗਾ ਮਤਲਬ ਕੀ ਹੈ ਇੱਥੇ ਥੋੜਾ ਜਿਹਾ ਆਪਣੇ ਕੀ ਹੈ ਮਿਸਟੇਕ ਕੀ ਹੋ ਜਾਏਗੀ, ਮਤਲਬ ਕੀ ਹੈ ਵੀ ਆਪਾਂ ਇੱਥੇ ਕਿ ਤੁਹਾਡੇ ਮਾਤਾ ਜੀ।
ਹੁਣ ਮਾਤਾ ਜੀ ਦੀ ਗੱਲ ਆ ਗਈ, ਤੁਹਾਡੇ ਮਾਤਾ ਜੀ, ਤਾਂ ਮਾਤਾ ਜੀ ਮਤਲਬ ਕੀ ਆ ਜਾਊਗਾ ਇੱਥੇ, ਮਤਲਬ ਕੀ ਹੈ ਮਾਤਾ ਦੀ ਕੀ ਮੰਨ ਲਓ ਕਿ ਇਹ ਮਦਰ, ਤਾਂ ਫਿਰ ਕੀ ਆਊਗਾ ਇੱਥੇ ਆਪਣੇ ਡਜ਼ ਆਊਗਾ, ਡਜ਼ ਡਜ਼ ਯੂਅਰ ਮਦਰ, ਡਜ਼ ਯੂਅਰ ਮਦਰ, ਕਿਉਂਕਿ ਡਜ਼ ਹੈਗਾ ਤੁਹਾਡੇ ਮਾਤਾ ਜੀ, ਇਹ ਆਪਣੇ ਕੋਲ ਕੀ ਹੈ ਸਬਜੈਕਟ ਹੈਗਾ, ਤਾਂ ਡਜ਼ ਯੂਅਰ ਮਦਰ ਆ ਗਿਆ। ਉਸ ਤੋਂ ਬਾਅਦ ਜਿਹੜਾ ਕੀ ਸਬਜੈਕਟ ਆ ਗਿਆ ਆਪਣੇ ਕੋਲ ਲਿਖਿਆ ਗਿਆ, ਫਿਰ ਵਰਬ ਕਿੱਥੇ ਹੈ ਲਾਸਟ ਤੇ ਗੁੰਨ ਦੇ, ਗੁੰਨ ਦੀ ਇੰਗਲਿਸ਼ ਕੀ ਹੁੰਦੀ ਹੈ ਨੀਡ, ਨੀਡ ਮੀਨਸ ਕੀ ਹੁੰਦਾ ਹੈ ਗੁੰਨਣਾ, ਗੁੰਨਣਾ ਹੁੰਦਾ ਹੈ ਨੀਡ, ਡਜ਼ ਯੂਅਰ ਮਦਰ ਨੀਡ ਕੀ ਗੁੰਨਣਾ ਹੈ ਆਟਾ, ਤੇ ਆਟੇ ਦੀ ਇੰਗਲਿਸ਼ ਕੀ ਹੁੰਦੀ ਹੈ FLOUR ਫਲੋਰ। ਇਹ ਜਿਹੜਾ ਆਪਣਾ ਕੀ ਹੋ ਗਿਆ ਵੀ ਇੰਟੈਰੋਗੇਟਿਵ ਜਿਹੜਾ ਕੀ ਹੈਗਾ ਵੀ ਸੈਂਟੈਂਸ ਜਿਹੜਾ ਕੀ ਹੈਗਾ ਵੀ ਬਣ ਗਿਆ। ਤੇ ਉਸ ਤੋਂ ਬਾਅਦ ਆਪਾਂ ਕਰਦੇ ਹਾਂ ਡਬਲ ਇੰਟੈਰੋਗੇਟਿਵ। ਡਬਲ ਇੰਟੈਰੋਗੇਟਿਵ ਵਿੱਚ ਕੀ ਹੈਗਾ, ਡਬਲ ਇੰਟੈਰੋ ਵਿੱਚ ਕੀ ਆ ਜਾਏਗਾ ਆਪਣੇ WH ਫੈਮਿਲੀ, WH ਫੈਮਿਲੀ प्लस डू डज सब्जैक्ट वर्ब दी फर्स्ट फॉर्म प्लस ऑब्जैक्ट। हुण जे WH फैमिली की होंदी है जिवें वट है, वट वट माने की, वैन माने कदों, हू कौन, वेयर किथे, हूज किसदा, होम किसनू, वट वैन हू वेयर विच, विच माने केड़ा। तो स्टूडेंट जी ये वाले ਜਿਹੜੇ ਆਪਣੇ ਜਿਹੜੇ ਹੈਗੇ ਨੇ ਸਾਰੇ ਜਿਹੜੇ ਕੀ ਹੈਗੇ ਨੇ WH ਫੈਮਿਲੀ ਵਾਲੇ ਹੈਗੇ ਆ, ਇਹਨਾਂ ਨੂੰ ਕਰਨ ਦਾ ਜਿਹੜਾ ਮੈਥਡ ਜਿਹੜਾ ਹੈ WH ਫੈਮਿਲੀ ਪਹਿਲਾਂ ਆਏਗੀ, फिर डू डज, फिर सब्जैक्ट, फिर वर्ब की फर्स्ट फॉर्म आ गई, फिर ऑब्जेक्ट, फिर क्वेश्चन मार्क आएगा। मैं लिख देना भी अपने एग्जाम्पल लैने आप, मैं लिख देना भी तुसी की पींदे हो, तुसी की पींदे हो। ਹੁਣ ਕੀ ਹੈ, ਕੀ ਦਾ ਸ਼ਬਦ ਜਿਹੜਾ ਜੇ ਸ਼ੁਰੂ ਸਟਾਰਟਿੰਗ ਦੇ ਵਿੱਚ ਕੀ ਸ਼ਬਦ ਆ ਗਿਆ, ਫਿਰ ਤਾਂ ਉਹਦੀ ਇੰਗਲਿਸ਼ ਜਿਹੜੀ ਆ ਜੋ ਟੈਂਸ ਦੇ ਵਿੱਚ ਜਿਹੜਾ ਕੀ ਹੈ ਜੋ ਹੈਲਪਿੰਗ ਵਰਬ ਹੈ ਉਹਦੇ ਅਕੋਰਡਿੰਗ ਆਏਗਾ। ਤੇ ਜੇ ਮੰਨ ਲਓ ਕੀ ਸ਼ਬਦ ਵਿਚਕਾਰ ਆਏਗਾ ਤਾਂ ਇਟ ਮੀਨਸ ਕੀ ਹੋਏਗਾ, ਉਹ ਡਬਲ ਇੰਟੈਰੋਗੇਟਿਵ ਜਿਹੜਾ ਹੋਏਗਾ ਉਹਨੂੰ ਕਿਵੇਂ ਕਰਨਾ ਹੈ, ਤੁਸੀਂ ਕੀ ਪੀਂਦੇ ਹੋ, ਕੀ ਦੀ ਇੰਗਲਿਸ਼ ਕੀ ਹੁੰਦੀ ਹੈ ਵਾਟ। ਵਾਟ ਲਿਖਣ ਤੋਂ ਬਾਅਦ ਫਿਰ ਗੱਲ ਆਉਂਦੀ ਹੈ WH ਫੈਮਿਲੀ ਲਿਖੀ ਗਈ, ਉਸ ਤੋਂ ਬਾਅਦ ਕਿ ਡੂ ਜਾਂ ਡਜ਼ ਲਗਾਉਣਾ ਆਪਾਂ। डू या डज लगाना है, किनू वेख के लगाना असी सबजैक्ट नू, सबजैक्ट की है साडे कोल यू आ गया, यू तो फिर नाल की आ जाएगा डू, वट डू यू ते की पींदे हो ड्रिंक, पीन दी इंग्लिश की होंदी है ड्रिंक। उस तो बाद आप एग्जाम्पल लैने तुसी कदों सौंदे हो, तुसी कदों सौंदे हो। हुण कदों 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 दी इंग्लिश की होंदी है वैन। उस तो बाद की है कदों तुसी, तुसी दी इंग्लिश की होंदी है यू, यू नाल की लगता है डू, वैन डू यू स्लीप। मैनू लगता है तुहानू जिहड़ी है समझ आई होनी है, पूरी तरह समझ मैनू लगता है लग चुकी है। आप एक एग्जाम्पल होर ले लैने
ਮੈਂ ਕਿੱਥੇ ਜਾਂਦੀ ਹਾਂ। ਮੈਂ ਕਿੱਥੇ ਜਾਂਦੀ ਹਾਂ। ਕਿੱਥੇ ਦੀ ਇੰਗਲਿਸ਼ ਕੀ ਹੁੰਦੀ ਹੈ? ਵੇਅਰ। ਵੇਅਰ ਤੇ ਮੈਂ ਦੀ ਇੰਗਲਿਸ਼ ਕੀ ਹੁੰਦੀ ਹੈ? ਆਈ। ਆਈ ਦੇ ਨਾਲ ਕੀ ਆਉਂਦਾ ਹੈ? ਡੂ। ਵੇਅਰ ਡੂ ਆਈ ਗੋ। ਆਈ ਸਮਝ। ਲਾਸਟ ਐਗਜ਼ਾਮਪਲ ਆਪਾਂ ਲੈ ਲੈਂਦੇ ਹਾਂ। ਤੁਸੀਂ ਕੱਪੜੇ ਕਦੋਂ ਧੋਂਦੇ ਹੋ? ਧੋਂਦੇ ਹੋ। ਤਾਂ ਗੱਲ ਕਰੀਏ ਆਪਾਂ, ਤੁਸੀਂ ਕੱਪੜੇ ਕਦੋਂ ਧੋਂਦੇ ਹੋ, ਕਦੋਂ ਇੰਗਲਿਸ਼ ਕੀ ਹੁੰਦੀ ਹੈ? ਵੈਨ। ਤੁਸੀਂ ਦੀ ਇੰਗਲਿਸ਼ ਕੀ ਹੋ ਜਾਏਗੀ? ਯੂ। ਪਰ ਪਹਿਲਾਂ ਕੀ ਆਏਗਾ? ਡੂ ਜਾਂ ਡਰ। ਯੂ ਨਾਲ ਕੀ ਲਿਖੋ? ਡੂ। ਵੈਨ ਡੂ ਯੂ। ਧੋਣ ਦੀ ਇੰਗਲਿਸ਼ ਕੀ ਹੁੰਦੀ ਹੈ? ਵਾਸ਼। ਵੈਨ ਡੂ ਯੂ ਵਾਸ਼। ਕੀ ਧੋਣਾ ਹੈ? ਕੱਪੜੇ। ਤਾਂ ਕੀ ਆ? ਵਾਸ਼ ਦ ਕਲੋਥਸ। ਮੈਨੂੰ ਲੱਗਦਾ ਹੈ ਤੁਹਾਨੂੰ ਪੂਰੀ ਤਰ੍ਹਾਂ ਜਿਹੜੀ ਹੈ ਪ੍ਰੈਜੈਂਟ ਇੰਡੈਫੀਨਿਟ ਟੈਂਸ ਜਿਹੜਾ ਹੈ ਆਪਣਾ ਕੰਪਲੀਟ ਹੋ ਚੁੱਕਿਆ ਹੈ ਤੇ ਤੁਹਾਨੂੰ ਪੂਰੀ ਤਰ੍ਹਾਂ ਜਿਹੜੀ ਹੈ ਸਮਝ ਲੱਗ ਚੁੱਕੀ ਹੋਏਗੀ, ਕਿਉਂਕਿ ਜਿੰਨੇ ਵੀ ਟੈਂਸ ਕਰਨੇ ਆ ਸਟੂਡੈਂਟ ਜੀ, ਆਪਾਂ ਨੂੰ ਸਭ ਤੋਂ ਪਹਿਲਾਂ ਜਿਹੜਾ ਕੀ ਹੈ ਟੈਂਸ ਦੀ ਜਿਹੜੀ ਕੀ ਹੈ ਜਿਹੜੀ ਪਛਾਣ ਜਿਹੜੀ ਹੈਗੀ ਹੈ ਉਹ ਜਿਹੜੀ ਹੈ ਪਤਾ ਹੋਣੀ ਜਿਹੜੀ ਹੈ ਜ਼ਰੂਰੀ ਹੈ। ਕਿਉਂਕਿ ਆਪਾਂ ਨੂੰ ਟੈਂਸ ਦੀ ਜਿਹੜੀ ਪਛਾਣ, ਕੋਈ ਵੀ ਟੈਂਸ ਹੈ ਉਸ ਦੀ ਜਿਹੜੀ ਪਛਾਣ, ਉਸ ਤੋਂ ਬਾਅਦ ਜਿਹੜਾ ਕੀ ਹੈ ਉਹਦੀ ਵਰਤੋਂ ਪਤਾ ਹੈਗੀ ਹੈ, ਦੋਨੇ ਚੀਜ਼ਾਂ ਤਾਂ ਇਟ ਮੀਨਸ ਆਪਾਂ ਜਿਹੜਾ ਟੈਂਸ ਜਿਹੜਾ ਉਹ ਕਰ ਸਕਦੇ ਹਾਂ। ਪਛਾਣ ਜਿਹੜੀ ਹੈ ਹਰੇਕ ਜਿਹੜਾ ਵਾਕ ਲਿਖਿਆ ਹੋਏਗਾ, ਸਭ ਤੋਂ ਪਹਿਲਾਂ ਤੁਸੀਂ ਜਿਹੜਾ ਕਿ ਉਸ ਵਾਕ ਨੂੰ ਧਿਆਨ ਨਾਲ ਦੇਖਣਾ ਹੈ। ਵਾਕ ਨੂੰ ਧਿਆਨ ਨਾਲ ਦੇਖਣਾ, ਵਾਕ ਨੂੰ ਧਿਆਨ ਨਾਲ ਦੇਖ ਕੇ ਉਹਦੇ ਲਾਸਟ ਦੇਖਣਾ ਵੀ ਟੈਂਸ ਜਿਹੜਾ ਕੀ ਹੈ ਕਿਹੜਾ ਹੈ। ਆਪਾਂ ਨੂੰ ਫਿਰ ਪਤਾ ਲੱਗ ਗਿਆ ਵੀ ਇਹ ਪਛਾਣ ਤੋਂ ਪਤਾ ਲੱਗ ਗਿਆ ਵੀ ਟੈਂਸ ਕਿਹੜਾ ਹੈ। ਉਸ ਤੋਂ ਬਾਅਦ ਗੱਲ ਆਉਂਦੀ ਹੈ ਵਰਤੋਂ ਦੀ। ਵਰਤੋਂ ਦੇ ਵਿੱਚ ਆਪਾਂ ਖਾਸ ਕਰਕੇ ਧਿਆਨ ਹੀ ਰੱਖਣਾ ਹੈ ਬਈ ਜਦੋਂ ਉਹਦੀ ਗੱਲ ਆਉਂਦੀ ਹੈ, ਲੜਕਾ ਵੀ ਹੋ ਸਕਦਾ ਹੈ, ਲੜਕੀ ਵੀ ਹੋ ਸਕਦੀ ਹੈ, ਵਾਕ ਬਹੁਵਚਨ ਵੀ ਹੋ ਸਕਦਾ ਹੈ, ਤਾਂ ਤੁਸੀਂ ਧਿਆਨ ਨਾਲ ਜਿਹੜਾ ਕੀ ਹੈ ਸੈਂਟੈਂਸ ਨੂੰ ਜਿਹੜਾ ਕੀ ਹੈ ਪੜ੍ਹਨਾ ਹੈ ਤੇ ਉਸ ਨੂੰ ਧਿਆਨ ਨਾਲ ਜਿਹੜਾ ਆਪਣੇ ਵਿਚਾਰਨਾ ਹੈ। ਤੇ ਮੈਨੂੰ ਉਮੀਦ ਹੈ ਤੁਹਾਨੂੰ ਜਿਹੜਾ ਹੈ ਚੰਗੀ ਤਰ੍ਹਾਂ ਜਿਹੜੀ ਸਮਝ ਆ ਚੁੱਕੀ ਹੋਵੇਗੀ। ਪ੍ਰੈਜੈਂਟ ਇੰਡੈਫੀਨਿਟ ਟੈਂਸ ਜਿਹੜਾ ਆਪਣਾ ਜਿਹੜਾ ਕੰਪਲੀਟ ਹੋ ਚੁੱਕਿਆ ਹੈ ਤੇ ਨੈਕਸਟ ਆਪਾਂ ਪ੍ਰੈਜੈਂਟ ਕੰਟੀਨਿਊ ਟੈਂਸ ਲੈ ਕੇ ਆਵਾਂਗੇ। ਤੇ ਸਾਰੇ ਜਿਹੜੇ ਹੈ ਆਪਣੇ ਇਸ ਚੈਨਲ ਨੂੰ ਜਿਹੜਾ ਹੈ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰਨਾ ਜਿਹੜਾ ਹੈ ਉਹ ਨਹੀਂ ਭੁੱਲਣਾ। ਵੱਧ ਤੋਂ ਵੱਧ ਦੱਬ ਕੇ ਜਿਹੜਾ ਹੈ ਸ਼ੇਅਰ, ਲਾਈਕ ਤੇ ਸਬਸਕ੍ਰਾਈਬ ਜਿਹੜਾ ਹੈ ਜ਼ਰੂਰ ਕਰੋ।